ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਦੋਸਤੋ, ਕੈਨੇਡਾ ਵਿੱਚ ਇਸ ਵਕਤ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਮੌਸਮ ਦੀ ਗਰਮੀ ਨਹੀਂ, ਇਹ ਇਲੈਕਸ਼ਨਸ ਦੀ ਗਰਮੀ ਦੀ ਗੱਲ ਕਰ ਰਹੀ ਹਾਂ। 20 ਸਤੰਬਰ 2021 ਨੂੰ ਕੈਨੇਡਾ ਵਿੱਚ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਲਈ ਅਲੱਗ-ਅਲੱਗ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਇਸ ਵਕਤ ਆਪਣੀ ਚੋਣ ਮੁਹਿੰਮ ਵੀ ਤੇਜ਼ ਕਰ ਦਿੱਤੀ ਗਈ ਹੈ। ਇਸ ਵਕਤ ਇਹਨਾਂ ਪਾਰਟੀਆਂ ਦਾ ਕੀ ਏਜੰਡਾ ਹੈ, ਕੈਨੇਡੀਅਨਸ ਦੇ ਲਈ ਕੀ ਇਹ ਸਰਕਾਰਾਂ ਕਰਨਗੀਆਂ, ਜੇਕਰ ਇਹਨਾਂ ਦੀ ਸਰਕਾਰ ਬਣਦੀ ਹੈ ਇਹ ਪਾਰਟੀਆਂ ਕੀ ਕਰਨਗੀਆਂ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸੋ ਅੱਜ ਦੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਜੀ ਬ੍ਰੈਂਪਟਨ ਸਾਊਥ ਤੋਂ ਲਿਬਰਲ ਐਮਪੀ ਉਮੀਦਵਾਰ ਸੋਨੀਆ ਸਿੱਧੂ ਜੀ। ਬਹੁਤ-ਬਹੁਤ ਸਵਾਗਤ ਹੈ ਮੈਮ। ਸਭ ਤੋਂ ਪਹਿਲਾਂ ਤਾਂ ਤਰਨ ਹਮਦਰਦ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸੋਨੀਆ ਸਿੱਧੂ ਫੈਡਰਲ ਲਿਬਰਲ ਕੈਂਡੀਡੇਟ ਹੈਗੀ ਹਾਂ ਬ੍ਰੈਂਪਟਨ ਸਾਊਥ ਤੋਂ, ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਮ 2015 ਚ ਤੁਹਾਨੂੰ ਬ੍ਰੈਂਪਟਨ ਸਾਊਥ ਦੇ ਲੋਕਾਂ ਨੇ ਤੁਹਾਡੇ 'ਚ ਵਿਸ਼ਵਾਸ ਪ੍ਰਗਟਾਇਆ ਤੇ ਤੁਹਾਨੂੰ ਜਿੱਤ ਮਿਲੀ। 2019 ਦੇ ਵਿੱਚ ਵੀ ਤੁਸੀਂ ਆਪਣੀ ਜਿੱਤ ਨੂੰ ਬਰਕਰਾਰ ਰੱਖਿਆ ਤੇ 2021 ਵਿੱਚ ਇੱਕ ਵਾਰ ਮੁੜ ਤੋਂ ਤੁਸੀਂ ਬ੍ਰੈਂਪਟਨ ਸਾਊਥ ਦੇ ਲੋਕਾਂ ਦੀ ਸੇਵਾ ਕਰਨ ਲਈ ਖੜਨ ਜਾ ਰਹੇ ਹੋ। ਸੋ ਇਸ ਵਕਤ ਜੇ ਬ੍ਰੈਂਪਟਨ ਸਾਊਥ ਦੇ ਲੋਕਾਂ ਦੀ ਗੱਲ ਕਰੀਏ, ਕੀ ਕਹਿਣਾ ਚਾਹੋਗੇ ਜਿਹੜੇ ਇਸ ਵਕਤ ਤੁਹਾਨੂੰ ਦੇਖ ਰਹੇ ਨੇ? ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਹੀ ਥੈਂਕ ਯੂ ਕਰੂੰਗੀ ਕਿ ਬਹੁਤ ਮੈਂ ਆਨਰਡ ਫੀਲ ਕਰਦੀ ਹਾਂ ਕਿ ਪਿਛਲੇ 6 ਸਾਲਾਂ ਤੋਂ ਜਿਹੜਾ ਮੈਨੂੰ ਇਹ ਮਾਣ ਬਖਸ਼ਿਆ ਹੈਗਾ, ਤੇ ਮੈਂ ਵੀ ਬਹੁਤ ਹਾਰਡ ਵਰਕ ਕੀਤਾ ਹੈਗਾ ਬ੍ਰੈਂਪਟੋਨੀਅਨ ਵਾਸਤੇ। ਤੇ ਜਿਹੜਾ ਕਿ ਰਿਜ਼ਲਟ ਕਹਿੰਦੇ ਨਹੀਂ, ਉਹ ਰਿਜ਼ਲਟ ਕਾਰਡ ਸਭ ਦੇ ਸਾਹਮਣੇ ਹੈਗਾ। ਜੋ ਵੀ ਤੁਸੀਂ ਮੈਨੂੰ ਕੁਐਸਚਨ ਪੁੱਛੋਗੇ ਆਪਾਂ ਆਉਣ ਵਾਲੀ ਗੱਲਬਾਤ ਦੇ ਵਿੱਚ ਦੱਸਾਂਗੇ। ਸੋ ਪਿਛਲੇ ਵੈਸੇ 17-18 ਮਹੀਨੇ ਸਾਡੇ ਲਈ ਬਹੁਤ ਹਾਰਡ ਨਿਕਲੇ ਆ ਸਾਰੇ, ਨਾ ਕਿ ਬ੍ਰੈਂਪਟੋਨੀਅਨ ਲਈ, ਸਾਰੇ ਹੀ ਵਰਲਡ ਵਾਸਤੇ ਬਹੁਤ ਹੀ ਵੀ ਵੈਂਟ ਥਰੂ ਬਹੁਤ ਹੀ ਹਾਰਡ ਟਾਈਮ, ਜਿਹੜਾ ਪੈਂਡੈਮਿਕ ਦਾ ਟਾਈਮ ਸੀਗਾ। ਤੇ ਉਹਦੇ ਵਿੱਚ ਤੁਸੀਂ ਸਾਰੇ ਜਾਣਦੇ ਹੀ ਹੈਗੇ ਆ ਕਿ ਫੈਡਰਲ ਲਿਬਰਲ ਗਵਰਨਮੈਂਟ ਨੇ ਹਰ ਇੱਕ ਦੀ ਬਹੁਤ ਬਾਂਹ ਫੜੀ ਹੈਗੀ, ਹਰ ਇੱਕ ਡੈਮੋਗ੍ਰਾਫਿਕ ਦੀ, ਜਿਹਦੇ ਨਾਲ ਵਰਲਡ ਸਟੇਜ ਤੇ ਵੀ ਬੜਾ ਕਿਹਾ ਜਾ ਰਿਹਾ ਕਿ ਬੜੀ ਅੱਛੀ ਤਰ੍ਹਾਂ ਮੈਨੇਜ ਕੀਤਾ। ਤੁਸੀਂ ਵੀ ਜਾਣਦੇ ਹੈਗੇ ਹੋ ਕਿ ਸਾਰਿਆਂ ਨੇ ਬਹੁਤ ਹਾਰਡ ਵਰਕ ਕੀਤਾ। ਈਵਨ ਜੇ ਮੈਂ ਕਹਾਂ ਕਿ ਬ੍ਰੈਂਪਟੋਨੀਅਨਸ ਦੇ ਸਾਰੀਆਂ ਕਮਿਊਨਿਟੀਜ਼ ਨੇ ਵੀ ਇੱਕ ਦੂਜੇ ਦਾ ਬਹੁਤ ਸਾਥ ਦਿੱਤਾ। ਸੋ ਸਪੈਸ਼ਲੀ ਜਿਹੜੇ ਸਾਡੇ ਫਰੰਟ ਲਾਈਨ ਵਰਕਰ ਸੀ, ਐਸੈਂਸ਼ੀਅਲ ਵਰਕਰ ਸੀਗੇ, ਉਹਨਾਂ ਨੇ ਵੀ ਬਹੁਤ ਇਹਦੇ ਵਿੱਚ ਯੋਗਦਾਨ ਦਿੱਤਾ, ਤਾਂ ਹੀ ਅਸੀਂ ਇੱਕ ਦੂਸਰੇ ਨੂੰ ਹੁਣ ਮਿਲਣ ਦੇ, ਦੇਖਣ ਦੇ ਕਾਬਿਲ ਹੋਏ ਹੈਗੇ ਆ। ਸੋ ਆਈ ਰੀਲੀ ਵਾਂਟ ਟੂ ਸੇ ਥੈਂਕ ਯੂ ਟੂ ਐਵਰੀਵਨ। ਮੈਮ ਇਲੈਕਸ਼ਨਸ ਦੀ ਕਾਲ ਹੋਈ ਹੈ, 20 ਸਤੰਬਰ 2021 ਨੂੰ ਇਲੈਕਸ਼ਨਸ ਹੋਣ ਜਾ ਰਹੀਆਂ ਨੇ। ਇਸ ਵਕਤ ਜੇ ਲਿਬਰਲ ਗਵਰਨਮੈਂਟ ਦੀ ਗੱਲ ਕਰੀਏ, ਲਿਬਰਲ ਸਰਕਾਰ ਇੱਕ ਹੀ ਨਿਸ਼ਾਨੇ ਤੇ ਆ ਇਸ ਵਕਤ ਆਪੋਜੀਸ਼ਨ ਦੇ, ਕਿ ਹੁਣ ਇਸ ਵੇਲੇ ਇਲੈਕਸ਼ਨ ਕਾਲ ਕਰਨ ਦੀ ਕੀ ਜ਼ਰੂਰਤ ਸੀ? ਇਹਦੇ ਵਿੱਚ ਮੈਂ ਤਰਨ ਜੀ ਇਹ ਕਹਿਣਾ ਚਾਹੂੰਗੀ ਕਿ ਜਿਵੇਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਹੈਗਾ ਕਿ 17-18 ਮਹੀਨੇ ਸਾਡੇ ਲਈ ਬਹੁਤ ਹੀ ਮੁਸ਼ਕਲ ਸੀਗੇ। ਸੋ ਸਾਰੇ ਹੀ ਡੈਮੋਗ੍ਰਾਫਿਕ ਨੂੰ ਜਿਹੜੀ ਹੈਲਪ ਮਿਲੀ, ਇਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਹੁਣ ਜਿਹੜਾ ਰਿਕਵਰੀ ਦਾ ਪਾਥ ਜਿਹੜਾ ਹੈਗਾ, ਸੋ ਇਸੇ ਕਰਕੇ ਜਿਹੜਾ ਰਿਕਵਰੀ ਦਾ ਪਾਥ ਹੈਗਾ ਉਹ ਅਸੀਂ ਸਾਰੇ ਰਲ ਮਿਲ ਕੇ ਉਹਦੇ ਤੇ ਚੱਲਣਾ ਚਾਹੁੰਦੇ ਹੈਗੇ ਆ, ਕਿਉਂਕਿ ਰਿਕਵਰੀ ਦਾ ਪਾਥ ਜਿਹੜਾ ਬਹੁਤ ਡਿਫਰੈਂਟ ਹੈਗਾ, ਬਿਲਡ ਬੈਕ ਬੈਟਰ। ਸੋ ਪਹਿਲਾਂ ਤਾਂ ਸੀਗਾ ਜਿਹੜੇ 17-18 ਮਹੀਨਿਆਂ ਦੇ ਵਿੱਚ ਸਾਰੇ ਕੈਨੇਡੀਅਨਸ ਨੂੰ ਹੈਲਪ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ, ਕੀਤੀ ਵੀ ਗਈ, ਤੁਸੀਂ ਵੀ ਦੇਖਿਓ ਕਿ ਸਾਰਿਆਂ ਨੂੰ ਹੈਲਪ ਪਹੁੰਚੀ ਹੈਗੀ। ਹੁਣ ਜਿਹੜਾ ਰਿਕਵਰੀ ਦਾ ਪੈਥ ਹੈਗਾ, ਉਹ ਸਾਰੇ ਕੈਨੇਡੀਅਨਸ ਨੂੰ ਚੋਇਸ ਹੈਗੀ ਆ ਕਿ ਉਹ ਕਿਸ ਤਰ੍ਹਾਂ ਦਾ ਪਾਥ ਚੁਣਨਾ ਚਾਹੁੰਦੇ ਹੈਗੇ ਆ। ਅੱਜ ਪਲੇਟਫਾਰਮ ਵੀ ਰਿਲੀਜ਼ ਹੋਇਆ ਤੇ ਜਿਹਦੇ ਵਿੱਚ ਮੈਂ ਚਾਹੇ ਸਾਡੇ ਬੱਚਿਆਂ ਦੀ ਗੱਲ ਕਰਾਂ, ਸੀਨੀਅਰਸ ਦੀ ਗੱਲ ਕਰਾਂ, ਤਾਂ ਮੈਂਡੇਟ ਅਸੀਂ ਲੈਣਾ ਚਾਹੁੰਦੇ ਕੈਨੇਡੀਅਨਸ ਨੂੰ, ਉਹ ਕਿਸ ਤਰ੍ਹਾਂ ਦੀ ਮੈਂਡੇਟ ਉਹ ਦੇਣਾ ਚਾਹੁੰਦੇ ਹੈਗੇ ਆ। ਸੋ ਇਹ ਬਹੁਤ ਹੀ ਪਹਿਲਾਂ ਜੇ ਤੁਸੀਂ, ਮੈਂ ਇਹਦੇ 'ਚ ਵੀ ਗੱਲ ਕਰਨਾ ਚਾਹੂੰਗੀ ਕਿ 15 ਵਾਰ ਲੈਜਿਸਲੇਸ਼ਨ ਜਿਹੜੀ ਆ ਉਹ ਬਲੌਕ ਕੀਤੀ ਗਈ ਹੈਗੀ ਆਪੋਜੀਸ਼ਨ ਵੱਲੋਂ। ਉਦੋਂ ਤੇ ਚਲੋ ਜਿਹੜਾ ਕਿ ਅਸੀਂ ਬਹੁਤ ਜਲਦੀ ਵੀ ਕਈ ਸਰਵਿਸਿਜ਼ ਦੇਣਾ ਚਾਹੁੰਦੇ ਸੀ, ਉਹਦੇ ਵਿੱਚ ਬਹੁਤ ਹੀ ਜਿਹੜੀਆਂ ਰੁਕਾਵਟਾਂ ਵੀ ਆਈਆਂ, ਪਰ ਫਿਰ ਵੀ ਜਿਹੜੀ ਕੈਨੇਡੀਅਨਸ ਦੀ ਹਰ ਤਰ੍ਹਾਂ ਨਾਲ ਹੈਲਪ ਕਰਨ ਦੀ ਕੋਸ਼ਿਸ਼ ਕੀਤੀ। ਪਰ ਰਿਕਵਰੀ ਦਾ ਜਿਹੜਾ ਪੈਥ ਹੈਗਾ, ਉਹ ਇਸੇ ਕਰਕੇ ਕੈਨੇਡੀਅਨਸ ਨੂੰ ਮੈਂਡੇਟ ਲੈਣ ਦੀ ਕੋਸ਼ਿਸ਼ ਕੀਤੀ, ਉਹ ਕਿਸ ਤਰ੍ਹਾਂ ਦਾ ਚਾਹੁੰਦੇ ਆ, ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਬਹੁਤ ਜ਼ਰੂਰੀ ਹੈਗੀ ਆ ਇਹਦੇ ਵਿੱਚ ਪਾਉਣ ਦੀ, ਕਿ ਉਹ ਕਿਸ ਤਰ੍ਹਾਂ ਦਾ ਜਿਹੜਾ ਕੈਨੇਡਾ ਉਹ ਬਣਾਉਣਾ ਚਾਹੁੰਦੇ ਹੋ। ਚਾਹੇ ਪਲੇਟਫਾਰਮ ਸਾਰੇ ਪਾਲਿਸੀਜ਼, ਅੱਜ ਪਲੇਟਫਾਰਮ ਵੀ ਰਿਲੀਜ਼ ਹੋਇਆ, ਪਾਲਿਸੀ ਸਭ ਦੇ ਸਾਹਮਣੇ ਹੈਗੇ ਆ। ਸੋ ਕੈਨੇਡੀਅਨ ਹੀ ਹੁਣ ਇਹ ਦੇਖਣਗੇ ਕਿ ਕਿਹੜੀ ਪਾਲਿਸੀ ਕਿਸ ਤਰ੍ਹਾਂ ਦੀ ਉਹ ਮੈਂਡੇਟ ਜਿਹੜੀ ਆ ਉਹ ਦੇਣਾ ਚਾਹੁੰਦੇ ਆ ਜੀ। ਮੈਮ ਤੁਸੀਂ ਵੀ ਹੈਲਥ ਕੇਅਰ ਸੈਕਟਰ ਦੇ ਵਿੱਚ ਤੁਸੀਂ ਜੁੜੇ ਰਹੇ ਹੋ, ਹੈਲਥ ਕੇਅਰ ਸੈਕਟਰ ਦੇ ਨਾਲ, ਤੁਹਾਨੂੰ ਖੁਦ ਇਸ ਪ੍ਰੋਫੈਸ਼ਨ ਦੇ ਵਿੱਚ ਰਹੇ ਹੋ। ਸੋ ਦੂਜੇ ਪਾਸੇ ਪੈਂਡੈਮਿਕ ਦੇ ਦੌਰਾਨ ਕੈਨੇਡਾ ਵਿੱਚ ਹੈਲਥ ਕ੍ਰਾਈਸਿਸ ਦੇਖਣ ਨੂੰ ਮਿਲੇ ਨੇ ਕਿ ਅਜਿਹਾ ਫੇਸ ਕਿਸੇ ਨੇ ਵੀ ਅੱਗੇ ਪਹਿਲਾਂ ਨਹੀਂ ਦੇਖਿਆ ਸੀ।
ਸੋ ਜਿਹੇ ਵਿੱਚ ਜਿਹੜਾ 18 ਮਹੀਨਿਆਂ ਵਿੱਚ ਹੈਲਥ ਸੈਕਟਰ ਦੇ ਵਿੱਚ ਥੋੜਾ ਜਿਹਾ ਨਿਗਾਰ ਆਇਆ, ਸੋ ਕੈਨੇਡਾ ਦੀ ਸਰਕਾਰ ਹੁਣ ਹੈਲਥ ਸੈਕਟਰ ਦੇ ਵਿੱਚ ਕੀ ਕਰੇਗੀ ਜੇਕਰ ਲਿਬਰਲ ਗਵਰਨਮੈਂਟ ਬਣਦੀ ਆ? ਹੈਲਥ ਸੈਕਟਰ ਬਾਰੇ ਕੀ ਸੋਚਿਆ ਜਾ ਰਿਹਾ? ਤਰਨ ਜੀ, ਇਹਦੇ ਚ ਜੇ ਅੱਜ ਵੀ ਸਾਡੇ ਲੀਡਰ ਜਸਟਿਨ ਟਰੂਡੋ ਉਹਨਾਂ ਨੇ ਕਿਹਾ ਹੈਗਾ ਕਿ ਸੇਫਟੀ ਐਂਡ ਸਿਕਿਉਰਿਟੀ ਜਿਹੜੀ ਕੈਨੇਡੀਅਨਸ ਦੀ ਉਹ ਪ੍ਰਾਇੋਰਟੀ ਹੈਗੀ ਆ। ਉਹਦੇ ਵਿੱਚ ਜੇ ਤੁਸੀਂ ਦੇਖਿਆ ਜਾਓ ਕਿ ਪੈਂਡੈਮਿਕ ਦੇ ਦੌਰਾਨ ਜਿਹੜੇ ਇਸ਼ੂ ਸਾਹਮਣੇ ਆਏ ਉਹਨਾਂ ਨੂੰ ਹੀ ਐਡਰੈਸ ਕੀਤਾ ਗਿਆ ਹੈਗਾ ਪਲੇਟਫਾਰਮ ਦੇ ਵਿੱਚ ਵੀ। ਉਸ ਤੋਂ ਪਹਿਲਾਂ ਵੀ ਜਿਹੜਾ ਚਾਹੇ ਅਸੀਂ ਜਿਹੜੀ ਹੈਲਪ ਪ੍ਰੋਵਾਈਡ ਕੀਤੀ ਸਾਰਿਆਂ ਨੂੰ, ਪਰ ਫਿਰ ਵੀ ਜਿਹੜੀ ਵੈਕਸੀਨੇਸ਼ਨ ਜਿਹੜੀ ਕਿ ਆਪੋਜੀਸ਼ਨ ਕਹਿੰਦੇ ਸੀ ਕਿ 2030 ਤੱਕ ਇਹਨਾਂ ਨੂੰ ਵੈਕਸੀਨੇਸ਼ਨ ਨਹੀਂ ਪੂਰੀ ਹੋਣੀ, ਤੇ ਜੇ ਤੁਸੀਂ ਹੁਣ ਦੇਖੋ ਕਿ ਕੈਨੇਡੀਅਨਸ ਦੇ ਸਾਹਮਣੇ ਸਾਰਾ ਹੈਗਾ ਕਿ ਕਿਤੇ ਸਕੇਡੂਲ ਤੋਂ ਪਹਿਲਾਂ ਜਿਹੜਾ ਹੈਗਾ ਵੀ ਆਰ ਅਹੈਡ ਆਫ ਆਵਰ ਸਕੇਡੂਲ। ਜਿਹੜੇ ਵੀ ਲਾਉਣੇ ਆਲਮੋਸਟ 75 ਤੋਂ ਜ਼ਿਆਦਾ ਜਿਹੜੇ % ਜਿਹੜੇ ਕੈਨੇਡੀਅਨਸ ਉਹ ਵੈਕਸੀਨੇਟਡ ਹੋ ਚੁੱਕੇ ਆ, ਡਬਲ ਵੈਕਸੀਨੇਟਡ ਹੋ ਚੁੱਕੇ ਆ। ਜਿਹੜਾ ਵੀ ਕੋਈ ਵੈਕਸੀਨ ਲਵਾਉਣਾ ਚਾਹੁੰਦਾ ਉਹਦੇ ਲਈ ਅਵੇਲੇਬਲ ਹੈ। ਇੰਨਾ ਹੀ ਨਹੀਂ, ਉਹਦੇ ਨਾਲ ਨਾਲ 3 ਜਿਹੜੇ ਪਲਾਂਟ ਆ ਪ੍ਰੋਡਕਸ਼ਨ ਵੀ ਅਸੀਂ ਆਪਣੇ ਹੋਮ ਪ੍ਰੋਡਕਸ਼ਨ ਕਰ ਰਹੇ ਹਾਂ, ਤਾਂ ਕਿ ਜੇ ਕਦੇ ਖੁਦਾ ਨਾ ਖਾਸਤਾ ਜੇ ਫਿਰ ਵੀ ਸਾਨੂੰ ਲੋੜ ਪਵੇ ਅਸੀਂ ਆਪਣੇ ਕੇਪੇਬਲ ਹੋਈਏ ਕਿ ਆਪਣੀ ਹੀ ਪ੍ਰੋਡਕਸ਼ਨ ਅਸੀਂ ਕਰ ਸਕੀਏ। ਪਰ ਇਹਦੇ ਨਾਲ ਨਾਲ ਮੈਂ ਜਿਹੜੇ ਸਾਡੇ ਜਿਹੜੇ ਇਸ਼ੂਜ਼ ਹੈਗੇ ਉਹਨਾਂ ਨੂੰ ਐਡਰੈਸ ਕੀਤਾ ਜਾ ਕੇ ਪੈਂਡੈਮਿਕ ਦੇ ਦੌਰਾਨ ਜਿਹੜੇ ਆਏ ਇਸ਼ੂ ਉਹਨਾਂ ਨੂੰ ਐਡਰੈਸ ਕਰਨ ਲਈ, ਚਾਹੇ ਉਹ ਸਪੋਰਟ ਟੂ ਹਾਇਰ 7500 ਡਾਕਟਰਸ ਐਂਡ ਨਰਸਿਸ ਨੂੰ ਸੀ, ਸੋ ਬੈਟਰ ਕੇਅਰ, ਲੌਂਗ ਟਰਮ ਕੇਅਰ। ਇਹਦੇ ਵਿੱਚ PSW ਜਿਹੜੀਆਂ ਉਹਨਾਂ ਦੀਆਂ ਵੇਜਸ ਰੇਜ਼ ਕੀਤੇ ਗਏ $25 ਐਨ ਆਵਰ, ਤੇ ਜਿਹੜਾ ਮੈਂਟਲ ਹੈਲਥ ਨੂੰ ਜਿਹੜਾ ਜ਼ਿਆਦਾ ਪਬਲਿਕਲੀ ਐਕਸੈਸਿਬਲ ਕੀਤਾ ਜਾਵੇ। ਉਹਦੇ ਦੇ ਨਾਲ ਨਾਲ ਜਿਹੜੀ ਐਕਸਟੈਂਡਡ ਕੇਅਰ ਜਿਹੜੀ ਸਾਡੀ ਵਰਚੁਅਲ ਕੇਅਰ ਆ ਉਹਨੂੰ ਵੀ ਐਕਸਪੈਂਡ ਕੀਤਾ ਜਾਵੇ, ਤਾਂ ਕਿ ਹਰ ਤਰ੍ਹਾਂ ਨਾਲ ਕੈਨੇਡੀਅਨਸ ਦੀ ਬੈਟਰ ਹੈਲਥ ਕੇਅਰ ਹੋ ਸਕੇ। ਜਿਹੜੇ ਲੌਂਗ ਟਰਮ ਕੇਅਰ ਦੇ ਇਸ਼ੂਜ਼ ਤੁਸੀਂ ਦੇਖਿਆ ਹੋਊਗਾ ਕਿ ਮੇਰੀ ਰਾਈਡਿੰਗ ਦੇ ਵਿੱਚ ਵੀ ਜਦੋਂ ਕੈਨੇਡੀਅਨ ਆਰਮ ਫੋਰਸਿਸ ਆਏ, ਲੌਂਗ ਟਰਮ ਕੇਅਰ ਇਸ਼ੂ ਜਿਹੜਾ ਬਹੁਤ ਜਿਹੜਾ ਹਾਈਲਾਈਟ ਹੋਇਆ ਸੀ, ਤਾਂ ਕਿ ਸਾਡੇ ਸੀਨੀਅਰਸ ਨੂੰ ਜਿਹੜਾ ਲੌਂਗ ਟਰਮ ਕੇਅਰ ਦੇ ਵਿੱਚ ਚੰਗੀਆਂ ਸਰਵਿਸਿਜ਼ ਮਿਲ ਸਕਣ। ਇਸੇ ਕਰਕੇ ਜਿਹੜੀਆਂ ਪਾਲਿਸੀਜ਼ ਲਿਆਂਦੀਆਂ ਗਈਆਂ। ਇਹਦੇ ਨਾਲ ਨਾਲ ਜਿਹੜੇ ਮਲਟੀ ਜਨਰੇਸ਼ਨ ਹੋਮਸ ਦੇ ਵਿੱਚ ਸਾਡੇ ਸੀਨੀਅਰਸ ਜਿਹੜੇ ਸਾਊਥ ਏਸ਼ੀਅਨ ਜਾਂ ਹੋਰ ਜਿਹੜੇ ਸੀਨੀਅਰਸ ਜਿਹੜੇ ਰਹਿੰਦੇ ਆ ਉਹਨਾਂ ਨੂੰ ਵੀ ਸਹੂਲਤਾਂ ਮਿਲਣ, ਉਹਦੇ ਕਰਕੇ ਜਿਹੜੇ ਆ ਪਲੇਟਫਾਰਮ ਦੇ ਲਿਬਰਲ ਪਾਲਿਸੀਜ਼ ਜਿਹੜੀਆਂ ਉਹਦੇ ਲਈ ਲਿਆਂਦੀਆਂ ਗਈਆਂ, ਤਾਂ ਕਿ ਜਿਹੜੇ ਪੈਂਡੈਮਿਕ ਜਿਹੜੇ ਰੀਅਲ ਇਸ਼ੂਜ਼ ਜਿਹੜੇ ਹਾਈਲਾਈਟ ਹੋਏ ਸੀ ਉਹਨਾਂ ਦਾ ਰੀਅਲ ਸੋਲੂਸ਼ਨ ਕੱਢਿਆ ਜਾਵੇ। ਜੀ ਮੈਮ, ਤੁਸੀਂ ਹੈਲਥ ਸੈਕਟਰ ਦੀ ਗੱਲ ਕੀਤੀ ਆ, ਤਾਂ ਕੋਵਿਡ ਦੇ ਦੌਰਾਨ ਇਹਨਾਂ 18 ਮਹੀਨਿਆਂ ਵਿੱਚ ਹਾਲਾਂਕਿ ਕੈਨੇਡਾ ਦੀ ਫੈਡਰਲ ਗਵਰਨਮੈਂਟ ਨੇ ਬਹੁਤ ਸਾਰੇ ਬੈਨੀਫਿਟਸ ਦਿੱਤੇ ਨੇ, ਕੈਨੇਡੀਅਨਸ ਇਸ ਦੌਰਾਨ ਬਾਂਹ ਫੜੀ ਆ, ਜਿਹਦੇ ਲਈ ਕੈਨੇਡਾ ਸਰਕਾਰ ਦੀ ਪੂਰੀ ਦੁਨੀਆ 'ਚ ਕਾਫੀ ਤਾਰੀਫ ਵੀ ਹੋਈ ਆ। ਪਰ ਉੱਥੇ ਇਸ ਗੱਲ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਬਹੁਤ ਸਾਰੇ ਕੈਨੇਡੀਅਨਸ ਨੇ ਆਪਣੀਆਂ ਜੌਬਸ ਵੀ ਗਵਾਈਆਂ ਨੇ। ਸੋ ਜੇਕਰ ਤੁਹਾਡੀ ਸਰਕਾਰ ਆਉਂਦੀ ਆ ਜੌਬ ਸਿਕਿਉਰ ਕਰਨ ਨੂੰ ਲੈ ਕੇ ਜਾਂ ਨਵੀਆਂ ਜੌਬਸ ਕ੍ਰੀਏਟ ਕਰਨ ਨੂੰ ਲੈ ਕੇ, ਕੀ ਕਰਨ ਜਾ ਰਹੀ ਹੈ ਸਰਕਾਰ ਫਿਰ ਤੁਹਾਡੀ? ਇਹਦੇ ਵਿੱਚ ਮੈਂ ਤਰੁਣ ਜੀ ਮੈਂ ਕਹਿਣਾ ਚਾਹੂੰਗੀ ਕਿ ਅੱਜ ਪਲੇਟਫਾਰਮ ਦੇ ਵਿੱਚ ਬਹੁਤ ਵੈਰੀ ਐਕਸਾਈਟਿਡ ਟੂ ਸੀ ਦਿਸ ਕਿ ਮੋਰ ਗ੍ਰੀਨਰ ਜੌਬਸ ਜਿਹੜੀਆਂ ਕ੍ਰੀਏਟ ਕੀਤੀਆਂ ਜਾਣਗੀਆਂ। ਉਸ ਤੋਂ ਪਹਿਲਾਂ ਵੀ ਜਿਹੜੀ ਕਿ ਪੈਂਡੈਮਿਕ ਦੇ ਦੌਰਾਨ ਦੇ ਨਾਲ ਨਾਲ ਵੀ ਕੋਸ਼ਿਸ਼ ਕੀਤੀ ਗਈ। ਬੇਸ਼ੱਕ ਅਸੀਂ ਗਵਰਨਮੈਂਟ ਜਿਹੜੀ ਆ ਹੈਂਡਲ ਕਰ ਰਹੀ ਸੀਗੀ ਪੈਂਡੈਮਿਕ ਨੂੰ, ਹਰ ਡੈਮੋਗ੍ਰਾਫਿਕ ਨੂੰ ਦੇਖ ਰਹੀ ਸੀਗੀ। ਉਹਦੇ ਵਿੱਚ ਮੈਂ ਬਰੈਂਪਟਨ ਦੀ ਗੱਲ ਕਰਨਾ ਚਾਹਾਂ ਕਿ ਇਹਦੇ ਨਾਲ ਦੇ ਨਾਲ ਪ੍ਰੋਜੈਕਟ ਵੀ ਜਿਹੜੇ ਹੋਏ ਆ, ਚਾਹੇ ਉਹ ਰਿਵਰ ਵਾਕ ਪ੍ਰੋਜੈਕਟ ਹੋਏ, ਉਹਦੇ ਨਾਲ 23,000 ਪਲੱਸ ਜਿਹੜੀਆਂ ਜੌਬਸ ਕ੍ਰੀਏਟ ਹੋਣਗੀਆਂ, ਚਾਹੇ ਉਹਦੇ ਨਾਲ ਜਿਹੜੀਆਂ ਹੋਰ ਵੀ ਜਿਹੜੀਆਂ ਕੋਸ਼ਿਸ਼ ਕੀਤੀਆਂ ਗਈਆਂ। ਪਰ ਇਸ ਪਲੇਟਫਾਰਮ ਦੇ ਵਿੱਚ ਮੋਰ ਗ੍ਰੀਨਰ ਜੌਬਸ ਜਿਹੜੀਆਂ ਉਹਦੇ ਤੇ ਧਿਆਨ ਕੀਤਾ ਜਾਊਗਾ ਕਿ ਮੋਰ ਜਿਹੜੀਆਂ ਕੁਆਲਿਟੀ ਵਾਲੀਆਂ ਜੌਬਸ ਹੋਣਗੀਆਂ। ਜਿਹੜੀਆਂ COVID-19 ਦੇ ਪੈਂਡੈਮਿਕ ਦੇ ਦੌਰਾਨ ਵੀ ਸਪੋਰਟ ਦ ਕ੍ਰੀਏਸ਼ਨ 1 ਮਿਲੀਅਨ ਜੌਬ ਜਿਹੜੀਆਂ ਕੀਤੀਆਂ ਗਈਆਂ ਸੀ, ਪਰ ਉਹਦੇ ਨਾਲ ਨਾਲ ਵੀ ਚਾਹੇ ਉਹ ਕੈਨੇਡਾ ਸਮਰ ਜੌਬ ਹੋਵੇ, ਚਾਹੇ ਰੀਹਾਇਰਿੰਗ ਪ੍ਰੋਗਰਾਮ ਹੋਵੇ, ਉਹਦੇ ਨਾਲ ਨਾਲ ਜਿਹੜੀਆਂ ਜੌਬਸ ਕ੍ਰੀਏਟ ਕੀਤੀਆਂ ਜਾਣਗੀਆਂ, ਤਾਂ ਕਿ ਜਿਹੜੇ ਕੈਨੇਡੀਅਨਸ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਪਰ ਗ੍ਰੀਨ ਜੌਬਸ ਦੇ ਵਿੱਚ ਜ਼ਿਆਦਾ ਜਿਹੜਾ ਐਮਫਸਾਈਜ਼ ਕੀਤਾ ਗਿਆ, ਤੁਸੀਂ ਦੇਖਿਆ ਹੋਊਗਾ ਬਜਟ ਵੀ ਜਿਹੜਾ ਅੱਜ ਰਿਲੀਜ਼ ਹੋਇਆ ਉਹਦੇ 'ਚ ਵੀ ਇਹ ਕੀਤਾ ਗਿਆ, ਤਾਂ ਕਿ ਅਸੀਂ ਜਿਹੜਾ ਕਲਾਈਮੇਟ ਚੇਂਜ ਨੂੰ ਵੀ ਜਿਹੜਾ ਰੀਅਲ ਹੈਗਾ, ਜਿਹੜੇ ਕਿ ਕਈ ਪਾਰਟੀਜ਼ ਮੰਨਦੀਆਂ ਵੀ ਨਹੀਂ ਕਲਾਈਮੇਟ ਚੇਂਜ ਰੀਅਲ ਹੈਗਾ, ਤਾਂ ਉਹਦੇ ਲਈ ਵੀ ਕਲਾਈਮੇਟ ਚੇਂਜ ਲਈ ਵੀ ਨਾਲ ਨਾਲ ਫਾਈਟ ਕੀਤਾ ਜਾ ਸਕੇ। ਬਿਲਕੁਲ, ਮੈਂ এনवायरमेंट ਦੇ ਬਾਰੇ ਵੀ ਜਾਣਨ ਨਹੀਂ ਲੱਗੀ ਸੀ ਕਿਉਂਕਿ 2019 ਇਲੈਕਸ਼ਨਸ ਦੇ ਵਿੱਚ এনवायरमेंट ਦਾ ਮੁੱਦਾ ਵੀ ਕਾਫੀ ਉਸ ਟਾਈਮ ਛਾਇਆ ਹੋਇਆ ਸੀ। ਸੋ 2021 ਇਲੈਕਸ਼ਨਸ ਦੇ ਵਿੱਚ ਲਿਬਰਲ ਗਵਰਨਮੈਂਟ এনवायरमेंट ਨੂੰ ਲੈ ਕੇ ਕੀ ਸੋਚ ਰਹੀ ਹੈ? ਆਪਣੀਆਂ ਕਮਿੰਗ ਜਨਰੇਸ਼ਨਸ ਨੂੰ ਕਿਸ ਤਰੀਕੇ ਦਾ এনवायरमेंट ਦਿੱਤਾ ਜਾਏਗਾ? ਬਿਲਕੁਲ ਜੀ, ਕਲਾਈਮੇਟ ਚੇਂਜ ਰੀਅਲ ਹੈਗਾ। ਚਾਹੇ ਤੁਸੀਂ ਦੇਖਿਆ ਹੋਵੇ ਕਿ BC ਦੇ ਵਿੱਚ ਚਾਹੇ ਜਿਹੜੀ ਤੁਸੀਂ ਆਪ ਸਾਹਮਣੇ ਦੇਖਿਆ, ਚਾਹੇ ਉਹ ਜਿਹੜੀਆਂ ਅੱਗਾਂ ਲੱਗ ਰਹੀਆਂ ਹੈਗੀਆਂ, ਜਾਂ ਹੁਣ ਤੇ ਸਾਰਿਆਂ ਨੂੰ ਮੰਨਣਾ ਪਊ ਕਲਾਈਮੇਟ ਚੇਂਜ ਇਜ਼ ਰੀਅਲ। ਸੋ ਇਸੇ ਕਰਕੇ ਨੈਟ ਜ਼ੀਰੋ ਦਾ ਜਿਹੜਾ ਮਿਸ਼ਨ ਹੈਗਾ ਉਹਦੇ ਤੇ ਵਧਣ ਵਾਸਤੇ, ਚਾਹੇ ਉਹ ਇਲੈਕਟ੍ਰਿਕ ਬੱਸਿਸ ਹੋਣ, ਪਿੱਛੇ ਜਿਹੜੀ ਅਨਾਉਂਸਮੈਂਟ ਹੋਈ ਹੈਗੀ ਆ, ਜਿਹੜੀ more than 400 ਜਿਹੜੀਆਂ ਬੱਸਿਸ ਇਲੈਕਟ੍ਰਿਕ ਬੱਸਿਸ ਦੀ ਅਨਾਉਂਸਮੈਂਟ ਆ ਜਿਹੜੀ ਬਹੁਤ ਵਧੀਆ ਬਰੈਂਪਟਨ ਦੇ ਵਿੱਚ
ਇਹਦੇ ਨਾਲ ਜਿਹੜਾ ਸਾਰਾ ਹੀ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਹੈਗਾ 8000 ਜਿਹੜੇ ਟਰੀਜ਼ ਜਿਹੜੇ ਆ ਉਹਦੀ ਵੀ ਅਨਾਉਂਸਮੈਂਟ ਹੋਈ ਸੀਗੀ ਗਰੋ ਕਰਨ ਵਾਸਤੇ ਤੇ ਹੋਰ ਵੀ ਜਿਹੜੀਆਂ ਗ੍ਰੀਨਰ ਟੈਕਨੋਲੋਜੀ ਵੱਲ ਨੂੰ ਧਿਆਨ ਦਿੱਤਾ ਜਾਊਗਾ ਇਲੈਕਟ੍ਰਿਕ ਵਹੀਕਲ ਹੋਣ ਚਾਹੇ ਇਲੈਕਟ੍ਰਿਕ ਬੱਸਸ ਹੋਣ ਤਾਂ ਕਿ ਅਸੀਂ ਉਹ ਜਿਹੜਾ ਮਿਸ਼ਨ ਜਿਹੜਾ ਟਾਰਗੇਟ ਕੀਤਾ ਉਹਦੇ ਵੱਧ ਸਕੀਏ ਤੇ ਮੋਰ ਜਿਹੜੀ ਗ੍ਰੀਨਰ ਟੈਕਨੋਲੋਜੀ ਨੂੰ ਅਸੀਂ ਅਪਣਾ ਸਕੀਏ ਤਾਂ ਕਿ ਜਿਹੜੀ ਅੰਡਰ ਦ ਪ੍ਰੀਵੀਅਸ ਕੰਜ਼ਰਵੇਟਿਵ ਗਵਰਨਮੈਂਟ ਹੈਗੀ ਆ ਕੈਨੇਡਾ ਦਾ ਜਿਹੜਾ emission were on the path of 12% higher in 2030 ਸੀਗਾ than they were in 2005 ਸੋ ਪਰ ਜਿਹੜੀ ਲਿਬਰਲ ਗਵਰਨਮੈਂਟ ਹੈਗੀ ਆ ਉਹਦੇ ਲਈ ਬਹੁਤ ਅਸੀਂ ਸਾਡੇ ਪ੍ਰਾਈਮ ਮਿਨਿਸਟਰ ਵੀ ਬਹੁਤ ਇਹਦੇ ਵਾਸਤੇ ਸਾਡੇ ਲੀਡਰ ਜਿਹੜੇ ਅੱਜ ਜਿਹੜਾ ਪਲੇਟਫਾਰਮ ਵੀ ਰਿਲੀਜ਼ ਕੀਤਾ ਗਿਆ ਹੈਗਾ ਉਹਦੇ ਵਿੱਚ ਕਲਾਈਮੇਟ ਚੇਂਜ ਦੇ ਕੰਕਰੀਟ ਐਕਸ਼ਨ ਵਾਸਤੇ ਗੱਲ ਕੀਤੀ ਗਈ ਆ ਉਹ ਇਸੇ ਕਰਕੇ ਗੱਲ ਕੀਤੀ ਗਈ ਹੈਗੀ ਆ ਤਾਂ ਕਿ ਅਸੀਂ ਜਿਹੜਾ ਇਸ ਜ਼ੀਰੋ ਮਿਸ਼ਨ ਵੱਲ ਜਿਹੜਾ ਅਸੀਂ ਟਾਰਗੇਟ ਕੀਤਾ ਉਹਦੇ ਵੱਲ ਵੱਧ ਸਕੀਏ more greener technology, more greener jobs ਨੂੰ ਅਸੀਂ ਇਹਦੇ ਵਿੱਚ ਰੱਖਿਆ ਹੈਗਾ ਮੁੱਖ ਤਾਂ ਕਿ ਇਸੇ ਤੇ ਐਕਸ਼ਨ ਲਿਆ ਜਾ ਸਕੇ ਜੀ। ਇਸ ਵਕਤ ਸਭ ਤੋਂ ਵੱਡੀ ਸਮੱਸਿਆ ਇੱਕ ਹੋਰ ਜਿਹੜੀ ਕੈਨੇਡੀਅਨਸ ਫੇਸ ਕਰ ਰਹੇ ਨੇ ਉਹ ਹੈ ਅਫੋਰਡੇਬਿਲਿਟੀ ਦੀ, ਚਾਹੇ ਫੈਮਿਲੀ ਨੂੰ ਲੈ ਕੇ ਹੋਵੇ ਚਾਹੇ ਹਾਊਸਿੰਗ ਨੂੰ ਲੈ ਕੇ ਹੋਵੇ, ਜਿਸ ਤਰੀਕੇ ਨਾਲ ਦੋਵੇਂ ਹੀ ਸੈਕਟਰਸ ਦੇ ਵਿੱਚ ਉਛਾਲ ਦੇਖਣ ਨੂੰ ਮਿਲ ਰਿਹਾ। ਸੋ ਹਾਊਸਿੰਗ ਅਫੋਰਡੇਬਿਲਿਟੀ ਹੋਵੇ ਚਾਹੇ ਫੈਮਿਲੀ ਦੀ ਗੱਲ ਹੋਵੇ, ਲਿਬਰਲ ਗਵਰਨਮੈਂਟ ਇਸ ਦੇ ਬਾਰੇ ਕੀ ਏਜੰਡਾ ਲੈ ਕੇ ਆਈ ਹੈ? ਇਹਦੇ ਵਿੱਚ ਜੀ ਅੱਜ ਜਿਹੜਾ ਪਲੇਟਫਾਰਮ ਵੀ ਰਿਲੀਜ਼ ਹੋਇਆ ਉਹਦੇ ਵਿੱਚ ਵੀ ਉਸ ਤੋਂ ਪਹਿਲਾਂ ਵੀ ਅਨਾਉਂਸਮੈਂਟ ਹੋਈ ਸੀਗੀ ਅਫੋਰਡੇਬਿਲਿਟੀ ਬਹੁਤ ਜ਼ਰੂਰੀ ਹੈਗੀ ਆ ਕੈਨੇਡੀਅਨਸ ਦੀ ਅਫੋਰਡੇਬਿਲਿਟੀ ਉਹਦੇ ਵਿੱਚ ਜਿਹੜੀ ਤੁਸੀਂ ਹਾਊਸਿੰਗ ਦੀ ਗੱਲ ਕੀਤੀ ਕੀ ਆ ਅਫੋਰਡੇਬਲ ਹਾਊਸਿੰਗ ਦੀ ਟਾਈਮ ਤੋਂ ਟਾਈਮ ਜਿਹੜੀਆਂ ਅਨਾਉਂਸਮੈਂਟਸ ਹੁੰਦੀਆਂ ਰਹੀਆਂ ਹੈਗੀਆਂ ਚਾਹੇ ਜਿਹੜੀ ਅੰਡਰ ਨੈਸ਼ਨਲ ਹਿਸਟੋਰਿਕ ਜਿਹੜੀ ਅਨਾਉਂਸਮੈਂਟ ਹੋਈ ਸੀ $276 million ਦੀ ਤੇ ਉਹਦੇ ਨਾਲ ਜਿਹੜੀ $33 million ਜਿਹੜੀ ਰੈਪਿਡ ਹਾਊਸਿੰਗ ਅਨਾਉਂਸਮੈਂਟ ਦੇ ਨਾਲ ਪ੍ਰਾਈਮ ਮਿਨਿਸਟਰ ਆਈ ਸੀ ਉਦੋਂ ਵੀ ਮੋਰ ਦੈਨ 300 ਯੂਨਿਟਸ ਦੀ ਅਨਾਉਂਸਮੈਂਟ ਹੋਈ ਸੀ ਟਾਈਮ ਨਾਲ ਜਿਹੜੀਆਂ ਉਹ ਅਨਾਉਂਸਮੈਂਟਸ ਹੋਈਆਂ ਹੈਗੀਆਂ ਪਰ ਜਿਹੜੇ ਹੁਣ ਪਲੇਟਫਾਰਮ ਦੇ ਵਿੱਚ ਵੀ ਤੁਸੀਂ ਦੇਖਿਆ ਗਿਆ ਨਵੀਂ ਜਾਰੀ ਕੀਤੀ ਗਈ ਆ ਹਾਊਸਿੰਗ ਜਿਹੜੇ 1.4 ਮਿਲੀਅਨ ਨਵੇਂ ਘਰ ਜਿਹੜੇ ਚਾਹੇ ਉਹ ਕੰਸਟਰਕਟ ਤੇ ਰਿਪੇਅਰ ਕੀਤੇ ਜਾਣਗੇ 14 ਲੱਖ ਘਰ ਉਹਦੇ ਨਾਲ ਜੀ ਬਹੁਤ ਫਰਕ ਪਏਗਾ ਉਹਦੇ ਨਾਲ ਜਿਹੜਾ ਟੈਕਸ ਕ੍ਰੈਡਿਟ ਜਿਹੜਾ ਡਬਲ ਕੀਤਾ ਜਾਏਗਾ ਜਿਹੜਾ ਪਹਿਲਾਂ 5000 ਸੀ ਉਹ 10000 ਕੀਤਾ ਗਿਆ ਹੈਗਾ ਇੰਸ਼ੋਰੈਂਸ ਜਿਹੜੀ ਹੈਗੀ ਆ 25% ਜਿਹੜੀ ਆ ਉਹ ਰਿਡਕਸ਼ਨ ਕੀਤੀ ਗਈ ਹੈਗੀ ਆ ਬੈਨ ਕੀਤਾ ਗਿਆ ਫੋਰਨ ਇਨਵੈਸਟਮੈਂਟ ਫॉर 2 ਇਅਰਸ ਉਹਦੇ ਨਾਲ ਜਿਹੜਾ ਸਪਲਾਈ ਚੇਨ ਨੂੰ ਵੀ ਫਰਕ ਪਏਗਾ ਤੇ ਜਿਹੜੇ ਨਿਊ ਬਾਇਰਸ ਜਿਹੜੇ ਆ ਉਹ ਆਪਣਾ ਹੋਮ ਬਾਈ ਕਰਨਾ ਚਾਹੁੰਦੇ ਆ ਉਹਦੇ ਨਾਲ ਵੀ ਉਹਨਾਂ ਨੂੰ ਫਰਕ ਪਏਗਾ ਤੇ 30000 ਜਿਹੜਾ ਹੈਗਾ ਕਿ ਉਹਨਾਂ ਨੂੰ ਜਿਹੜਾ ਆਪਣੇ ਖਾਤੇ ਦੇ ਵਿੱਚ ਰੱਖ ਸਕਦੇ ਬੈਂਕ ਅਕਾਊਂਟ ਦੇ ਵਿੱਚ ਵਿਦਆਊਟ ਜਿਹੜਾ ਇੰਟਰਸਟ ਦੇ ਵਿੱਚ ਉਹਦੇ ਨਾਲ ਵੀ ਉਹਨਾਂ ਨੂੰ ਘਰ ਲੈਣ ਦੇ ਵਿੱਚ ਬਹੁਤ ਫਾਇਦਾ ਹੋਊਗਾ ਨਿਊ ਬਾਇਰਸ ਨੂੰ ਤੇ ਬਿਲ ਆਫ ਰਾਈਟਸ ਜਿਹੜਾ ਉਸੇ ਕਰਕੇ ਲਿਆਂਦਾ ਜਾਊਗਾ ਕਿ ਉਹਨਾਂ ਨੂੰ ਹੋਰ ਜਿਹੜਾ ਘਰ ਵਾਸਤੇ ਲੈਣ ਵਾਸਤੇ ਐਕਸੈਸਿਬਿਲਿਟੀ ਜਿਹੜੀ ਉਹ ਵਧੇ ਸੋ ਇਹ ਜਿਹੜੇ ਮੈਜ਼ਰ ਜਿਹੜੇ ਇਸੇ ਕਰਕੇ ਕੀਤੇ ਗਏ ਹੈਗੇ ਆ ਕਿ ਜਿਹੜੀ ਅਫੋਰਡੇਬਿਲਿਟੀ ਜਿਹੜੀ ਆ ਹੋਰ ਵੱਧ ਸਕੇ ਹੋਰ ਅਫੋਰਡੇਬਿਲਿਟੀ ਦੇ ਨਾਲ ਮੈਂ ਕੈਨੇਡੀਅਨਸ ਦੀ ਅਫੋਰਡੇਬਿਲਿਟੀ ਦੇ ਨਾਲ ਮੈਂ ਘਰਾਂ ਦੇ ਨਾਲ ਇੱਕ ਗੱਲ ਕਰਨਾ ਚਾਹੂੰਗੀ ਕਿ ਕੈਨੇਡੀਅਨਸ ਦੀ ਜਿਹੜੀ ਜ਼ਿੰਦਗੀ ਖੁਸ਼ਹਾਲ ਹੋਵੇ ਉਹਦੇ ਕਰਕੇ ਜਿਹੜਾ ਚਾਈਲਡ ਕੇਅਰ ਆ ਉਹ ਜਿਹੜੀ ਅਫੋਰਡੇਬਲ ਚਾਈਲਡ ਕੇਅਰ ਦੀ ਬਹੁਤ ਜਿਹੜੀ ਵੱਧ ਕੇ ਜਿਹੜਾ ਇਸ਼ੂ ਜਿਹੜਾ ਆਇਆ ਸੀਗਾ ਪੈਂਡੈਮਿਕ ਦੇ ਦੌਰਾਨ ਉਸੇ ਕਰਕੇ ਹੀ $10 ਪਰ ਡੇ ਜਿਹੜੀ ਅਫੋਰਡੇਬਲ ਚਾਈਲਡ ਕੇਅਰ ਦੀ ਗੱਲ ਕੀਤੀ ਗਈ ਹੈ ਜਿਹਦੀ ਬਹੁਤ ਅੱਛੀ ਫੀਡਬੈਕ ਆਈ ਹੈਗੀ ਆ ਤੇ ਬਹੁਤ ਜਿਹੜੀਆਂ ਖਾਸ ਕਰਕੇ ਸਾਡੀਆਂ ਭੈਣਾਂ ਨੂੰ ਬਹੁਤ ਚੰਗਾ ਲੱਗੂ ਤਾਂ ਹੀ ਉਹ ਵਰਕ ਫੋਰਸ ਦੇ ਵਿੱਚ ਜਾ ਸਕਣਗੀਆਂ ਜੇ ਉਹਨਾਂ ਨੂੰ ਅਫੋਰਡੇਬਲ ਚਾਈਲਡ ਕੇਅਰ ਮਿਲ ਸਕੇ ਸੋ ਇਸੇ ਕਰਕੇ $10 ਪਰ ਡੇ ਕੇਅਰ ਜਿਹੜਾ ਹੈਗਾ ਵਾ ਉਹ ਬਹੁਤ ਹੀ ਵਧੀਆ ਇਹ ਜਿਹੜੀ ਪਾਲਿਸੀ ਹੈਗੀ ਆ ਸੋ ਇਸੇ ਕਰਕੇ ਹੁਣ ਕੈਨੇਡੀਅਨਸ ਨੇ ਦੇਖਣਾ ਹੈਗਾ ਕਿ $10 ਪਰ ਡੇ ਕੇਅਰ ਉਹਨਾਂ ਨੂੰ ਜਿਹੜੀ ਅਫੋਰਡੇਬਿਲਿਟੀ ਜਿਹੜੀ ਇੱਥੇ ਮਿਲ ਰਹੀ ਹੈਗੀ ਉਹ ਜ਼ਿਆਦਾ ਬੈਟਰ ਹੈਗੀ ਆ ਕਿ ਜਾਂ ਕੁਛ ਉਹਨਾਂ ਨੂੰ ਜਿਹੜਾ ਇਸੇ ਕਰਕੇ ਜਿਹੜੀ ਮੈਂਡੇਟ ਦੀ ਗੱਲ ਕੀਤੀ ਗਈ ਹੈਗੀ ਆ ਕਿ ਇਹ ਉਹਨਾਂ ਤੇ ਹੈਗਾ ਕਿ ਕਿਹੜੀ ਪਾਰਟੀ ਦੀਆਂ ਜਿਹੜੀਆਂ ਪਾਲਿਸੀਜ਼ ਉਹ ਚੰਗੀਆਂ ਪਾਲਿਸੀਜ਼ ਹੈਗੀਆਂ ਜੀ ਮੈਮ ਤੁਸੀਂ ਪਲੇਟਫਾਰਮ ਦੀ ਗੱਲ ਕੀਤੀ ਆ ਅੱਜ ਹਾਲ ਹੀ ਵਿੱਚ ਬੁੱਧਵਾਰ ਨੂੰ ਮਿਸਟਰ ਟਰੂਡੋ ਨੇ ਆਪਣਾ ਪਲੇਟਫਾਰਮ ਵੀ ਜਾਰੀ ਕੀਤਾ ਲਿਬਰਲ ਪਾਰਟੀ ਦਾ ਸੋ ਪਲੇਟਫਾਰਮ ਦੇ ਵਿੱਚ ਕਿਹੜੀਆਂ ਮੁੱਖ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਤੇ ਪਲੇਟਫਾਰਮ ਦੇ ਵਿੱਚ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਜੇ ਤੁਹਾਡੀ ਸਰਕਾਰ ਬਣਦੀ ਹੈ ਤਾਂ ਇਕਨੋਮੀ ਨੂੰ ਮੁੜ ਤੋਂ ਵਾਪਸ ਲੈ ਕੇ ਆਉਣ ਲਈ ਤੇ ਕੈਨੇਡੀਅਨਸ ਦੀ ਜ਼ਿੰਦਗੀ ਨੂੰ ਸੁਧਾਰਨ ਲਈ ਕੀ ਕੀਤਾ ਜਾਏਗਾ? ਬਿਲਕੁਲ ਤਰਨ ਜੀ ਵੈਸੇ ਤਾਂ ਮੈਂ ਗੱਲ ਕਰਨਾ ਚਾਹ ਰਹੀ ਹੈਗੀ ਹਾਂ ਕਿ ਜਦੋਂ ਅਸੀਂ ਅੱਜ ਮੈਂ ਸਵੇਰ ਤੋਂ ਹੀ ਕਾਫੀ ਫੋਨ ਕਾਲਸ ਵੀ ਆਏ ਹੈਗੇ ਆ ਕਨਵਰਸੇਸ਼ਨ ਵੀ ਜਿਹੜੀ ਵੀ ਰੈਜ਼ੀਡੈਂਟਸ ਨਾਲ ਹੋ ਰਹੀ ਆ ਪਲੇਟਫਾਰਮ ਨੂੰ ਲੈ ਕੇ ਬਹੁਤ ਐਕਸਾਈਟਡ ਹੈਗੇ ਆ ਜਿਹੜੀਆਂ ਮੇਨ ਜਿਹੜੀਆਂ ਗੱਲਾਂ ਚਾਹੇ ਉਹ ਕੈਨੇਡੀਅਨਸ ਦੀ ਹੈਲਥ ਕੇਅਰ ਦੀ ਗੱਲ ਹੋਵੇ ਚਾਹੇ ਉਹ ਚਾਈਲਡ ਕੇਅਰ ਦੀ ਗੱਲ ਹੋਵੇ ਚਾਹੇ ਉਹ ਸੀਨੀਅਰ ਕੇਅਰ ਦੀ ਗੱਲ ਹੋਵੇ ਚਾਹੇ ਉਹ ਬਿਜ਼ਨਸ ਦੀ ਹੈਲਪ ਦੀ ਗੱਲ ਹੋਵੇ
ਸਾਡੇ ਜਿਹੜੇ ਕੈਨੇਡੀਅਨਸ ਨੂੰ ਹੈਲਥੀ ਤੇ ਸੇਫਟੀ ਜਿਹੜੀ ਉਹ ਪ੍ਰਾਇੋਰਟੀ ਹੈਗੀ ਆ ਇਸ ਗਵਰਨਮੈਂਟ ਲਈ, ਚਾਹੇ ਉਹ ਕਲਾਈਮੇਟ ਐਕਸ਼ਨ ਦੀ ਗੱਲ ਹੋਵੇ, ਇਹ ਸਾਰੀਆਂ ਗੱਲਾਂ ਨੂੰ ਜਿਹੜਾ ਹੈਗਾ ਰੀਅਲ ਇਸ਼ੂਜ਼ ਦੀਆਂ ਰੀਅਲ ਸੋਲੂਸ਼ਨ ਜਿਹੜਾ ਇਸ ਪਲੇਟਫਾਰਮ ਤੇ ਦਿੱਤਾ ਗਿਆ ਹੈਗਾ, ਤਾਂ ਕਿ ਜਿਹੜੇ ਕੈਨੇਡੀਅਨਸ ਨੂੰ ਬਹੁਤ ਹੀ ਖੁਸ਼ਹਾਲ ਜ਼ਿੰਦਗੀ ਮਿਲ ਸਕੇ। ਸੋ ਇਹ ਜਿਹੜੀ ਪਲੇਟਫਾਰਮ ਦੇ ਵਿੱਚ ਡੀਟੇਲਸ ਦੇ ਵਿੱਚ ਜਿਹੜੀਆਂ ਆਈਆਂ ਹੈਗੀਆਂ ਯੂਥ ਵਾਸਤੇ, ਜਿਹੜੀ ਖਾਸ ਕਰਕੇ ਸਾਡੇ ਕੋਲ ਵੋਲੰਟੀਅਰਸ ਹੁੰਦੇ ਹੈਗੇ ਆ, ਉਹ ਬਹੁਤ ਹੀ ਖੁਸ਼ੀ ਪ੍ਰਗਟ ਕਰ ਰਹੇ ਹੈਗੇ, ਕਿਉਂਕਿ ਉਹਨਾਂ ਦਾ ਜਿਹੜਾ ਟਿਊਸ਼ਨ ਤੇ ਜਿਹੜਾ ਇੰਟਰਸਟ ਸੀਗਾ ਉਹ ਸਾਰਾ ਵੇਵ ਕੀਤਾ ਗਿਆ ਹੈਗਾ। ਉਹ ਬਹੁਤ ਹੀ ਵੱਡੀ ਗੱਲ ਹੈਗੀ ਆ ਯੂਥ ਵਾਸਤੇ। ਤੇ ਬਾਕੀ ਜਿਹੜਾ ਜਿੰਨੀ ਦੇਰ ਉਹ $50,000 ਨਹੀਂ ਕਮਾਉਂਦੇ ਤੇ ਉਹਨਾਂ ਨੂੰ ਰੀਪੇ ਕਰਨ ਦੀ ਕੋਈ ਲੋੜ ਨਹੀਂ ਹੈਗੀ। ਜਿਹੜਾ ਲੋਨ ਹੈਗਾ, ਲੋਨ ਦਾ ਜਿਹੜਾ ਇੰਟਰਸਟ ਵੇਵ ਹੋਣਾ, ਇਹ ਬਹੁਤ ਹੀ ਵੱਡੀ ਗੱਲ ਹੈਗੀ ਆ। ਸੋ ਜਿਨ੍ਹਾਂ ਦੀ 50,000 ਇਨਕਮ ਜਿੰਨੀ ਤੱਕ ਨਹੀਂ ਕਮਾਉਂਦੇ ਉਨੀ ਦੇਰ ਕੋਈ ਰੀਪੇਮੈਂਟ ਕਰਨ ਦੀ ਲੋੜ ਨਹੀਂ। ਸੋ ਇਹਦੇ ਨਾਲ ਯੂਥ ਦੇ ਵਿੱਚ ਇਹ ਬਹੁਤ ਹੀ ਇਹਨੂੰ ਮਦਦ ਮਿਲੂਗੀ। ਸੋ ਚਾਹੇ ਯੂਥ ਦੀ ਗੱਲ ਹੋਵੇ, ਚਾਹੇ ਸਾਡੇ ਬੱਚਿਆਂ ਦੀ ਗੱਲ ਹੋਵੇ, ਚਾਹੇ ਸਾਡੇ ਸੀਨੀਅਰਸ ਦੀ ਗੱਲ ਹੋਵੇ, ਚਾਹੇ ਕਲਾਈਮੇਟ ਚੇਂਜ ਦੀ ਗੱਲ ਹੋਵੇ, এনवायरमेंट ਦੀ ਗੱਲ ਹੋਵੇ, ਸੋ ਇਹਨਾਂ ਸਾਰੀਆਂ ਹੀ ਚੀਜ਼ਾਂ ਦਾ ਜਿਹੜਾ ਸੋਲੂਸ਼ਨ ਹੈਗਾ ਕੈਨੇਡੀਅਨਸ ਨੂੰ ਇਹ ਪਲੇਟਫਾਰਮ ਦੇ ਦੀਆਂ ਪਾਲਿਸੀਜ਼ ਦੇ ਵਿੱਚ ਦੇਖਣ ਨੂੰ ਮਿਲਿਆ ਹੈਗਾ। ਸੋ ਇਹ ਬਹੁਤ ਹੀ ਐਕਸਾਈਟਮੈਂਟ ਪਾਈ ਜਾ ਰਹੀ ਹੈਗੀ। ਵੈਸੇ ਤੇ ਜਦੋਂ ਮੈਂ ਡੋਰ ਤੇ ਜਾਂਦੀ ਹਾਂ ਬਹੁਤ ਹੀ ਮੈਨੂੰ ਬਹੁਤ ਹੀ ਵਧੀਆ ਜਿਹੜਾ ਰਿਸਪੌਂਸ ਮਿਲ ਰਿਹਾ ਹੈਗਾ, ਪਰ ਇਸ ਪਲੇਟਫਾਰਮ ਨਾਲ ਜਿਹੜਾ ਉਸ ਤੋਂ ਵੀ ਜ਼ਿਆਦਾ ਜਿਹੜੀ ਮੈਨੂੰ ਜਿਹੜੀ ਅੱਜ ਖੁਸ਼ੀ ਦੀ ਗੱਲ ਇਹ ਹੋਈ ਹੈਗੀ ਆ, ਚਾਹੇ ਕਿਸੇ ਯੂਥ ਨਾਲ ਗੱਲ ਕਰੋ, ਚਾਹੇ ਸੀਨੀਅਰ ਕਿਸੇ ਸਾਡੇ ਅੰਕਲ ਜੀ ਹੁਣਾਂ ਨਾਲ ਗੱਲ ਕਰੋ, ਪੈਨਸ਼ਨ ਵਧਾਉਣ ਦੇ ਨਾਲ ਤੇ ਜਿਹੜਾ ਚਾਹੇ ਲੌਂਗ ਟਰਮ ਕੇਅਰ ਦਾ ਹੋਵੇ, ਇਹ ਬਹੁਤ ਹੀ ਵਧੀਆ ਗੱਲ ਹੈਗੀ ਆ। ਪੈਨਸ਼ਨ ਵਧਾਉਣ ਦੀ ਬੜੀ ਗੱਲ ਆ ਰਹੀ ਸੀਗੀ ਬੜੀ ਦੇਰ ਤੋਂ, ਉਹ ਵਧਾਈ। ਇਹਦੇ ਨਾਲ ਇੱਕ ਚੀਜ਼ ਹੋ ਸੀ, ਬਰੈਂਪਟਨ ਦੇ ਵਿੱਚ ਸੀਨੀਅਰਸ ਨੇ ਗੱਲ ਕੀਤੀ ਕਿ ਜਦੋਂ ਅਸੀਂ ਗੱਲ ਕਰਦੇ ਆ ਤੇ ਸਾਨੂੰ ਕੋਈ ਇੱਕ ਨੰਬਰ ਚਾਹੀਦਾ ਜਿਹਦੇ ਤੇ ਅਸੀਂ ਗੱਲ ਕਰ ਸਕੀਏ, ਕਿਉਂਕਿ ਬੜਾ ਲੰਬਾ ਟਾਈਮ ਇੰਤਜ਼ਾਰ ਕਰਨਾ ਪੈਂਦਾ, ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿੱਥੇ ਫੋਨ ਕਰੀਏ। ਇਸੇ ਕਰਕੇ ਇਸ ਤੁਸੀਂ ਜਿਹੜੀ ਅੱਜ ਪਾਲਿਸੀ ਵੀ ਰਿਲੀਜ਼ ਹੋਈ ਆ, ਪਲੇਟਫਾਰਮ ਰਿਲੀਜ਼ ਹੋਇਆ, ਉਹਦੇ ਚ ਇੱਕ ਹੈਗਾ 1-800 ਸੀਨੀਅਰਸ ਨੂੰ ਮਿਲੂਗਾ, ਜਿਹਦੇ ਤੇ ਕੋਈ ਵੀ ਉਹਨਾਂ ਨੂੰ ਕੁਐਸਚਨ ਹੋਵੇ, ਸੀਨੀਅਰਸ ਨੇ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਇਸ ਨੰਬਰ ਤੇ ਫੋਨ ਕਰਕੇ ਉਹ ਜਿਹੜਾ ਹੈਗਾ ਇਨਫੋਰਮੇਸ਼ਨ ਜਿਹੜਾ ਉਹ ਲੈ ਸਕਦੇ ਹੈਗੇ ਜੀ। ਜੀ ਬਿਲਕੁਲ। ਤੇ ਮੈਮ ਇਸ ਵਕਤ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਖਾਸ ਤੌਰ ਤੇ ਕੈਨੇਡੀਅਨਸ ਤੇ ਤੁਹਾਡੀ ਰਾਈਡਿੰਗ ਦੇ ਜਿਹੜੇ ਕੈਨੇਡੀਅਨਸ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਇਹਦੇ ਵਿੱਚ ਮੈਂ ਇੱਕ ਜ਼ਰੂਰ ਮੈਸੇਜ ਦੇਣਾ ਚਾਹੂੰਗੀ ਕਿ ਮੈਂ ਹੈਲਥ ਕਮੇਟੀ ਦੀ ਵੀ ਪਾਰਟ ਰਹੀ ਹੈਗੀ ਆ, ਚਾਹੇ ਪਿਛਲੇ ਟਰਮ ਚਾਹੇ ਇਸ ਟਰਮ ਦੇ ਵਿੱਚ more than 50+ ਜਿਹੜੀਆਂ ਮੀਟਿੰਗਸ ਅਸੀਂ ਕੀਤੀਆਂ COVID-19 ਦੇ ਰਿਸਪੌਂਸ ਵਾਸਤੇ। ਸੋ ਹੈਲਥ ਕੇਅਰ ਜਿਹੜਾ ਉਹ ਬਹੁਤ ਹੀ ਜ਼ਰੂਰੀ ਹੈਗਾ। ਜਿਵੇਂ ਸਾਡੀ ਪਾਰਟੀ ਦਾ ਪਲੇਟਫਾਰਮ ਦੇ ਵਿੱਚ ਇਸ ਮੇਨ ਹੈਗੀ ਆ ਸੇਫਟੀ ਤੇ ਸਿਕਿਉਰਿਟੀ, ਕੈਨੇਡੀਅਨਸ ਦੀ ਜਿਹੜੀ ਉਹ ਅਹਿਮ ਰੱਖੀ ਹੋਈ ਹੈ। ਤੇ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਅਸੀਂ ਇਹ ਹਮੇਸ਼ਾ ਹੀ ਕੋਸ਼ਿਸ਼ ਕਰਾਂਗੇ, ਕੋਸ਼ਿਸ਼ ਨਹੀਂ ਸਾਡੀ ਪ੍ਰਾਇੋਰਟੀ ਹੈਗੀ ਆ ਕੈਨੇਡੀਅਨਸ ਦੀ ਹੈਲਥ, ਪਰ ਜਿਹੜੇ ਅਸੀਂ ਬਲੀਵ ਕਰਦੇ ਇਨਵੈਸਟਮੈਂਟ ਦੇ ਵਿੱਚ, ਕੱਟਸ ਕੰਜ਼ਰਵੇਟਿਵ ਜਿਹੜੇ ਉਹ ਕੱਟਸ ਦੇ ਵਿੱਚ ਬਲੀਵ ਕਰਦੇ ਹੈਗੇ ਆ, ਇਹਦੇ ਨਾਲ ਕੰਜ਼ਰਵੇਟਿਵ ਜਿਹੜੇ ਪ੍ਰਾਈਵੇਟ ਜਿਹੜੀ ਹੈਲਥ ਕੇਅਰ ਦੇ ਵਿੱਚ ਜ਼ਿਆਦਾ ਯਕੀਨ ਕਰਦੇ ਆ। ਅਸੀਂ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਬਿਲਕੁਲ ਯਕੀਨ ਨਹੀਂ ਕਰਦੇ। ਇਸ ਕਰਕੇ ਇਹ ਲੋਕਾਂ ਨੇ ਸੋਚਣਾ ਹੈਗਾ ਕਿ ਕੰਜ਼ਰਵੇਟਿਵ ਕੱਟਸ ਲਗਾਉਣੇ ਹੈਗੇ ਆ, ਜਾਂ ਜਿਹੜੀ ਲਿਬਰਲ ਦੀ ਪਲਾਨ ਹੈਗੀ ਇਨਵੈਸਟਮੈਂਟ ਇਨ ਬੱਚਿਆਂ ਦੇ ਵਿੱਚ, ਇਨਵੈਸਟਮੈਂਟ ਬੱਚੇ ਸੀਨੀਅਰਸ ਦੇ ਵਿੱਚ ਇਨਵੈਸਟਮੈਂਟ ਹੈਗੀ ਆ, ਚਾਹੇ ਉਹ ਕਲਾਈਮੇਟ ਚੇਂਜ ਦੇ ਵਿੱਚ এনवायरमेंट ਦੇ ਵਿੱਚ ਇਨਵੈਸਟਮੈਂਟ ਹੈਗੀ ਆ, ਚਾਹੇ ਸਾਡੇ ਬਿਜ਼ਨਸ ਦੀ ਹੈਲਪ ਵਾਸਤੇ ਹੈਗੇ ਆ। ਸੋ ਉਹਨਾਂ ਨੇ ਇਨਵੈਸਟਮੈਂਟ ਵਿੱਚ ਯਕੀਨ ਰੱਖਣਾ ਹੈਗਾ ਜਾਂ ਕੰਜ਼ਰਵੇਟਿਵ ਕੱਟਸ ਦੇ ਵਿੱਚ ਬਲੀਵ ਕਰਨਾ ਹੈਗਾ। ਸੋ ਇਹ ਚੋਇਸ ਬਣਾਉਣੀ ਬਹੁਤ ਜ਼ਰੂਰੀ। ਰਿਕਵਰੀ ਦੇ ਪਾਥ ਤੇ ਜਾਣ ਵਾਸਤੇ ਸਾਡੀ ਇਨਵੈਸਟਮੈਂਟ ਬਹੁਤ ਜ਼ਰੂਰੀ ਹੈਗਾ ਕਿ ਰਿਕਵਰੀ ਦਾ ਪਾਥ ਅਸੀਂ ਇਕੱਠੇ ਰਲ ਕੇ ਟੂਗੇਦਰ ਜਿਹੜਾ ਅਸੀਂ ਮਿਲ ਕੇ ਬਣਾਈਏ, ਨਾ ਕਿ ਅਸੀਂ ਕੱਟਸ ਦੇ ਲਾਵਾਂਗੇ, ਉਹ ਹਰਟ ਕਰੇਗੇ ਕੈਨੇਡੀਅਨਸ ਨੂੰ। ਤੇ ਜੇ ਸਾਡੀਆਂ ਪ੍ਰਾਈਵੇਟ ਸਰਵਿਸਿਜ਼ ਹੋਈਆਂ ਹੈਲਥ ਕੇਅਰ ਦੀਆਂ, ਉਹ ਅਸੀਂ ਅਫੋਰਡ ਨਹੀਂ ਕਰ ਪਾਵਾਂਗੇ। ਸੋ ਇਸ ਕਰਕੇ ਮੈਂ ਸਾਰੇ ਹੀ ਬ੍ਰੈਂਪਟੋਨੀਅਨ ਨੂੰ ਇਹ ਕਹਿਣਾ ਚਾਹੁੰਦੀ ਹੈਗੀ ਆ, ਤੇ ਬਹੁਤ ਹੀ ਅੱਛੇ ਜਿਹੜੇ ਅਸੀਂ ਬ੍ਰੈਂਪਟਨ ਦੇ ਸੋਹਣੇ ਸਮਾਜ ਦੀ, ਸੋਹਣੇ ਕੰਟਰੀ ਦੀ ਜਿਹੜੀ ਅਸੀਂ ਥਰਾਈਵ ਕਰਨਾ ਹੈਗਾ, ਤੇ ਇਹ ਅਸੀਂ ਇਕੱਠੇ ਰਲ ਕੇ ਕਰਨਾ ਹੈਗਾ। ਸੋ ਪਲੀਜ਼ ਇਹ ਜ਼ਰੂਰ ਸੋਚ ਸਮਝ ਕੇ ਤੁਸੀਂ ਆਪਣਾ ਵੋਟ ਦਾ ਇਸਤੇਮਾਲ ਕਰਨਾ ਹੈਗਾ। 20 ਸੈਪਟੈਂਬਰ ਨੂੰ ਆਓ ਆਪਾਂ ਰਲ ਮਿਲ ਕੇ ਸਾਰੇ ਹੀ ਬ੍ਰੈਂਪਟਨ ਨੂੰ ਇੱਕ ਬਹੁਤ ਵਧੀਆ ਸਮਾਜ ਬਣਾਈਏ। COVID-19 ਚ ਬਹੁਤ ਹੀ ਔਖਾ ਸਮਾਂ ਨਿਕਲਿਆ ਹੈਗਾ, ਹੁਣ ਰਿਕਵਰੀ ਦੇ ਪਾਥ ਤੇ ਜਾਣ ਵਾਸਤੇ ਸਾਨੂੰ ਬਹੁਤ ਜ਼ਰੂਰਤ ਹੈਗੀ ਇਕੱਠੇ ਚੱਲਣ ਦੀ, ਚਾਹੇ ਸਾਡੇ ਬੱਚਿਆਂ ਦੀ ਅਫੋਰਡੇਬਲ ਕੇਅਰ ਜਿਹੜੀ ਡੇ ਕੇਅਰ ਹੋਵੇ, ਚਾਹੇ ਸਾਡੇ ਸੀਨੀਅਰ ਦੀ ਬੈਟਰ ਕੇਅਰ ਹੋਵੇ, ਚਾਹੇ ਸਾਡੇ ਹੈਲਥ ਕੇਅਰ ਦੇ ਵਿੱਚ ਇਨਵੈਸਟਮੈਂਟ ਦੀ ਗੱਲ ਹੋਵੇ, ਚਾਹੇ ਸਾਡੇ এনवायरमेंट ਵਿੱਚ ਇਨਵੈਸਟਮੈਂਟ ਦੀ ਗੱਲ ਹੋਵੇ, ਮੋਰ ਗ੍ਰੀਨਰ ਜੌਬਸ ਹੋਣ, ਚਾਹੇ ਸਾਡੇ ਬਿਜ਼ਨਸ ਦੀ ਹੈਲਪ ਵਾਸਤੇ ਗੱਲ ਹੋਵੇ।
ਮੋਰ ਜਿਹੜੀ ਜੌਬ ਕ੍ਰੀਏਸ਼ਨ ਦੀ ਗੱਲ ਹੋਵੇ। ਸੋ ਇਸ ਸਮਾਜ ਨੂੰ ਸਿਰਜਣਾ ਹੈਗਾ ਤੇ ਪਲੀਜ਼ ਵੋਟ ਲਿਬਰਲਸ, ਸਪੋਰਟ ਮੀ, ਵੋਟ ਸਾਨੀਆ, ਵੋਟ ਲਿਬਰਲ। ਸੋ 20th ਸੈਪਟੈਂਬਰ ਨੂੰ ਜੀ ਤੁਸੀਂ ਸਾਰੇ ਮੈਨੂੰ ਵੋਟ ਦੇ ਕੇ, ਜਿਵੇਂ ਤੁਸੀਂ ਮੈਨੂੰ ਅੱਗੇ ਹੀ ਬਣਾਇਆ ਹੈਗਾ, ਸੋ ਮੈਂ ਆਸ ਕਰਦੀ ਹਾਂ ਇਸ ਵਾਰੀ ਵੀ ਤੁਸੀਂ ਮੈਨੂੰ ਜ਼ਰੂਰ ਮਾਣ ਬਖਸ਼ੋਗੇ। ਅਖੀਰ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਰੁਣ ਜੀ, ਹਮਦਰਦ ਮੀਡੀਆ ਦਾ ਵੀ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ। ਜੀ ਬਹੁਤ ਬਹੁਤ ਧੰਨਵਾਦ ਕਿ ਸਾਨੂੰ ਸਮਾਂ ਦੇਣ ਲਈ। ਤੇ ਇਹ ਸੀ ਦੋਸਤੋ ਸਾਡੀ ਖਾਸ ਮੁਲਾਕਾਤ। ਉਮੀਦ ਕਰਦੇ ਹਾਂ ਕਿ ਬ੍ਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਜੀ ਨੇ ਜੋ ਆਪਣੀਆਂ ਪ੍ਰਾਪਤੀਆਂ ਗਿਣਵਾਈਆਂ ਦੇ ਨਾਲ ਸਰਕਾਰ ਕੀ ਕਰੇਗੀ ਕੈਨੇਡੀਅਨਸ ਲਈ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ, ਲਿਬਰਲਸ ਕੀ ਕਰਨਗੇ, ਇਹਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ। ਸੋ 20 ਸਤੰਬਰ ਨੂੰ ਆਪਣੀਆਂ ਵੋਟਾਂ ਜ਼ਰੂਰ ਪਾਉਣ ਜਾਇਓ, ਆਪਣੇ ਘਰਾਂ ਚੋਂ ਨਿਕਲੋ, ਤੁਸੀਂ ਵੋਟਾਂ ਜ਼ਰੂਰ ਪਾਇਓ, ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।